ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਜਣੇ ਚੜ੍ਹਦੀ ਕਲਾ 'ਚ ਉਮੀਦ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਤੁਸੀਂ ਜਿਹੜਾ ਅੱਜ ਵਲੌਗ ਦੇਖੋਗੇ, ਮਤਲਬ ਕਿ ਅੱਜ ਮੈਂ ਸਵੇਰੇ 9 ਵਜੇ ਨਹੀਂ ਅਪਲੋਡ ਕੀਤਾ, ਹੁਣ ਮੈਂ ਕਿਸੇ ਟਾਈਮ ਵੀ ਕਰ ਸਕਦੀ ਹਾਂ ਬਿਕੋਜ਼ ਮੈਂ ਐਡਿਟ ਕਰਕੇ ਰੱਖ ਲਿਆ, ਅਪਲੋਡਿੰਗ ਤੇ ਲਾਇਆ ਹੋਇਆ ਆ। ਤੇ ਉਹ ਆਪਾਂ ਐਂਡ ਕੀਤਾ ਸੀ ਤੇ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਉਸ ਵਲੌਗ 'ਚ ਵੀ ਥੋੜਾ ਜਿਹਾ ਕਿ ਅੱਜ ਸਾਡੀ ਕੋਰਟ ਮੈਰਿਜ ਹੋਈ ਸੀ। ਅਸੀਂ ਉਧਰ ਚਲੇ ਗਏ ਤੇ ਕੱਲ ਆ ਕੇ ਥੋੜਾ ਬਿਜ਼ੀ ਹੋ ਗਏ, ਲੇਟ ਆਏ ਸ਼ਾਮੀ ਕਿਉਂਕਿ ਮੀਂਹ ਵੀ ਬੜਾ ਪੈਂਦਾ ਸੀ, ਰਾਤੀ ਵੀ ਇੱਦਾਂ ਹੀ ਰਿਹਾ ਸਾਰੀ ਰਾਤ ਹਨਾ। ਤੇ ਹੁਣ ਅੱਜ ਦਾ ਵਲੌਗ ਸਟਾਰਟ ਕੀਤਾ ਹੈ। ਵੇਖੋ ਅੱਜ ਦੇ ਵਲੌਗ 'ਚ ਆਪਾਂ ਕੀ ਕਰਦੇ ਹਾਂ। ਹੁਣ ਮੰਮਾ ਮੈਂ ਤੇ ਇਹ ਬੈਠੇ ਆ ਤੇ ਅਸੀਂ ਗੇਮ ਲਾਵਾਂਗੇ ਤੇ ਤੁਸੀਂ ਦੇਖਿਓ। ਤੇ ਵੈਸੇ ਇੱਕ ਵਾਰੀ ਤਾਂ ਮੈਂ ਜਿੱਤ ਚੁੱਕੀ ਹਾਂ ਸੱਪਾਂ ਵਾਲੀ ਗੇਮ 'ਚ। ਲੂਡੋ ਦੇ ਵਿੱਚ ਜੋ ਮੇਰੇ ਨਾਲ ਹੋਇਆ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਮੈਨੂੰ ਬਸ ਇੱਕੋ ਹੀ ਨਹੀਂ ਆਇਆ, ਮੈਂ ਪਹਿਲਾਂ ਜਿੱਤ ਗਈ। ਇਹ ਸਭ ਤੋਂ ਐਂਡ ਤੇ ਸੀਗੇ। ਵੈਸੇ ਜੇ ਮੰਮਾ ਵਿੱਚ ਹੁੰਦੇ ਨਾ ਤੇ ਗੱਲ ਹੋਰ ਹੋਣੀ ਸੀ, ਇਹਨੇ ਤੁਹਾਨੂੰ ਪਹਿਲਾਂ ਹੀ ਕਰ ਦਿੱਤਾ। ਤੇ ਹੁਣ ਚਲੋ ਜੁੜੇ ਰਹੋ ਵਲੌਗ ਦੇ ਨਾਲ, ਵੇਖਦੇ ਹਾਂ ਅਸੀਂ ਕੀ ਕਰਦੇ ਹਾਂ, ਗੱਲਾਂ ਬਾਤਾਂ ਵੀ ਕਰਦੇ ਹਾਂ ਥੋੜੀਆਂ ਜਿਹੀਆਂ। ਤੇ ਸੌਂਦੇ ਆ ਤੇ ਗੱਲਾਂ ਬਾਤਾਂ ਕਰਦੇ ਆ। ਜੇ ਸੌਂ ਗਏ ਫੇਰ ਨਹੀਂ ਵਲੌਗ ਹੋਣਾ, ਸਾਧ ਸੰਗਤ ਜੀ, ਫੇਰ ਨਹੀਂ ਵਲੌਗ ਹੋਣਾ। ਤੇ ਅੱਜ ਮੈਂ ਲੇਟ ਹੋ ਗਈ ਤੇ ਪਾਪਾ ਤੋਂ ਥੋੜੀਆਂ ਜਿਹੀਆਂ ਗਾਲਾਂ ਵੀ ਮਿਲੀਆਂ। ਤੇ ਕਿ ਚਲੋ ਕੋਰਟ ਮੈਰਿਜ ਦਾ ਜ਼ਰੂਰੀ ਹੁੰਦਾ ਕਿਉਂਕਿ ਸਰਕਾਰੀ ਆਪਾਂ ਨੂੰ ਦਿਖਾਉਣਾ ਪੈਂਦਾ ਵਾ, ਫਿਰ ਬਾਹਰ ਆਉਣ ਜਾਣ ਦਾ ਜਾਂ ਇੱਥੇ ਕੋਈ ਵੀ ਕੰਮ ਕਰਨਾ ਹੋਵੇ ਤਾਂ ਕੋਰਟ ਮੈਰਿਜ ਕਰਾਉਣੀ ਜ਼ਰੂਰੀ ਸੀ। ਅੱਜ ਦਿਨ ਫ੍ਰੀ ਸੀ, ਅੱਜ ਦਾ ਦਿਨ ਫ੍ਰੀ ਬਸ। ਤੇ ਕੈਮਰੇ ਦੇ ਬੈਕ ਸਾਈਡ ਤੇ ਤੁਹਾਨੂੰ ਸੁਖਵੀਰ ਸਿੰਘ ਜੀ ਦਰਸ਼ਨ ਕਰਾ ਦਿੰਦੇ ਆ ਕਿਸ ਹਾਲਾਤ ਚ ਸੁਖਵੀਰ ਸਿੰਘ। ਸਾਡੀ ਚੱਲ ਰਹੀ ਗੇਮ। ਮੇਰੀ ਗੱਡੀ ਕਾਹਦੇ ਥੱਲੇ ਸੁੱਟੀ ਆ? 1 2 3 4 ਮੰਮੀ ਤੇਰੀ ਵਾਰੀ ਸਰ ਮੇਰੀ ਵਾਰੀ ਸੀ। 4 1 2 3 मेरे वारी साथे तो बज रहे थे पुठी वारी चला बैठे जैसे कि मम्मी बने। ਮੈਨੂੰ ਪਤਾ ਹੈ ਜਿੱਥੇ ਡੰਗ ਹੁੰਦਾ ਉੱਥੇ ਮੈਨੂੰ ਇੱਕ ਪਿੱਛੇ ਘਟਾ ਕੇ ਮੇਰਾ ਡੰਗ ਬਣਵਾ ਦਿੰਦਾ। आप गिनती रख लेगा 6 चल गिन 1 2 3 4 5 6। ਇੱਕ ਕਿਸੇ ਦਾ ਕਮੈਂਟ ਆਇਆ ਸੀ ਸੱਪਾਂ ਵਾਲੀ ਗੇਮ ਖੇਡਦੇ ਕਿਉਂ? ਸੱਪਾਂ ਵਾਲੀ ਗੇਮ ਖੇਡਣੀ ਸਾਨੂੰ ਬੰਦ ਆ? ਕੋਈ ਹੋਰ ਪੁੱਠੇ ਕੰਮ ਤੇ ਨਹੀਂ ਕਰਦੇ? ਮੇਰੀ ਵਾਰੀ ਤਾਂ ਨਹੀਂ ਲਈ ਜਾਂਦੀ। ਨਾਲੇ ਜਿਹਨੇ ਵਲੌਗ ਦੇਖਣਾ ਹੁੰਦਾ ਦੇਖ ਲਿਆ ਕਰੋ, ਪੁੱਠੇ ਸਿੱਧੇ ਸਵਾਲ ਆਪਣੇ ਆਪਣੇ ਕੋਲ ਰੱਖਿਆ ਕਰੋ। तब तुम तो बाहर चल गए ਮੰਮੀ ਬਾਹਰ ਉਧਰ ਨੂੰ ਜਾਣਾ ਸਾਹਿਬ ਜੀ। ਇੱਥੇ ਆਂਦਾ ਵਾ ਚਾਰ 87 तो बाहर ला साहब ਹਾਰ ਕੀ ਕੈਸਾ ਮਜ਼ਾ ਆਇਆ। कोई गल नहीं ऐ चाह लुडो जाओ ਇਹ ਚ ਪਹਿਲਾਂ ਹੀ ਸਮਝ ਜਾਂਦੇ ਕਿ ਇਸ ਗੇਮ 'ਚ ਮੈਂ ਹੀ ਜਿੱਤਦੀ ਆ। ਹੁਣ ਇਹਨਾਂ ਨੇ ਲੁੱਡੋ ਲਾ ਲਈ ਆ ਤੇ ਮੈਨੂੰ ਲੱਗਦਾ ਹੈ ਸ਼ਾਇਦ ਮੈਂ ਫੇਰ ਜਿੱਤ ਜਾਵਾਂ। ਜੁੜੇ ਰਹੋ ਵਲੌਗ ਦੇ ਨਾਲ, ਸ਼ਾਇਦ ਮੈਂ ਜਿੱਤ ਹੀ ਜਾਵਾਂ। बड़ा टी20 वर्ल्ड कप चलने हैं ना ਵਰਲਡ ਕੱਪ ਹੀ ਤਾਂ ਮੰਮਾ ਵੀ ਵਰਲਡ ਕੱਪ 'ਚ ਹਿੱਸਾ ਲੈ ਕੇ ਬੈਠੇ ਨੇ। ਸਪਾਂਸਰ ਕੌਣ ਕਰ ਰਿਹਾ? ਮੰਮਾ। सरदार सुरजीत सिंह होनी ਪਾਪਾ ਤਾਂ ਬਹੁਤ ਵਧੀਆ ਖੇਡਦੇ ਆ। ਪਾਪਾ ਵੀ ਥੱਕੇ ਵਿਚਾਰੇ ਸਵੇਰ ਦੇ ਸਾਡੇ ਕੰਮ ਕਰਨ ਲੱਗੇ ਹੋਏ, ਅਸੀਂ ਫੇਰ ਵੀ ਲੇਟ ਹੋ ਗਏ। ਮੈਂ ਲੇਟ ਕਰਾਇਆ ਅੱਜ। ਪਾਪਾ ਮੇਰੀ भांडा ਗਲਤੀ ਇਹਦੀ, ਉਹ ਮੈਨੂੰ ਕੀ ਕਹਿੰਦੇ? ਜਾਨੀ ਹਾਂ एक ਕਰ लाल ਦਿੱਤੇ ਆਏ एक लाल गवाच गई ਪਤਾ ਕੀ ਗੱਲ ਆ, ਰਾਤੀ ਲੈਟ ਨਹੀਂ ਸੀ ਆਉਂਦੀ। ਅੱਜ ਸਾਡਾ ਦਿਨ ਵਿਹਲਾ ਸੀਗਾ, ਕੋਰਟ ਮੈਰਿਜ ਕਰਕੇ ਰੱਖਿਆ ਸੀ। ਹਾਂਜੀ एक लाल गवाच गई ਕੀ ਹੋ ਗਿਆ? लाल गवाच गई। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਆਪਾਂ ਪਹਿਲਾਂ ਮਾਤਾ ਜੀ ਦੇ ਨਾਲ ਟਾਈਮ ਸਪੈਂਡ ਕਰਕੇ ਹਟੇ ਆ। ਚਲੋ ਜਿੱਥੇ ਅਸੀਂ ਦੁਨਿਆਵੀ ਗੱਲਾਂ ਕਰਕੇ ਹਟੇ ਆ, ਮਾਤਾ ਜੀ ਦੇ ਨਾਲ ਦੁੱਖ ਸੁੱਖ ਸਾਂਝੇ ਕੀਤੇ ਆ। ਕਾਫੀ ਟਾਈਮ ਬਾਅਦ ਬੈਠੇ ਸੀ ਮੰਮਾ ਕੋਲ ਤੇ ਉੱਥੇ ਨਾਲ ਹੀ ਪਿਤਾ ਜੀ ਆਏ ਆ। ਹੁਣ ਪਾਪਾ ਦੀ ਸਿਹਤ ਬਹੁਤੀ ਜ਼ਿਆਦਾ ਠੀਕ ਨਹੀਂ ਹੈਗੀ ਤੇ ਪਾਪਾ ਨੂੰ ਵੀਡੀਓ ਦੇ ਵਿੱਚ ਪਾਪਾ ਨੇ ਖੁਦ ਹੀ ਕਿਹਾ ਕਿ ਚਲੋ ਮੈਂ ਤੇਰੇ ਨਾਲ ਵੀਡੀਓ ਬਣਾਉਣਾ ਵਾ, ਕਿਉਂਕਿ ਮੈਂ ਫੇਸਬੁੱਕ ਤੇ ਪਾਪਾ ਕੋਲ ਬੈਠੀ ਇੱਕ ਟੌਪਿਕ ਪੜ੍ਹ ਰਹੀ ਸੀ। ਗੰਦੀ ਨਾਸਤਿਕ ਬਿਰਤੀ ਵਾਲੇ ਸੋਚਾਂ ਨੇ, ਸੋਚ ਦੇ ਮਾਲਕ ਜਿਹੜੇ ਹੁੰਦੇ ਨੇ, ਉਹਨਾਂ ਨੇ ਫੇਸਬੁੱਕ ਤੇ ਲਿਖ ਕੇ ਪਾਇਆ ਕਿ ਜੀ ਜੇ ਤੁਹਾਡੇ ਪਿੰਡ ਦੇ ਗੁਰੂ ਘਰ ਹੈਗੇ ਆ, ਉੱਥੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ, ਤੇ ਫਿਰ ਤੁਹਾਨੂੰ ਇਤਿਹਾਸਕ ਸਥਾਨਾਂ ਤੇ ਜਾਣ ਦੀ ਕੀ ਲੋੜ ਆ? ਤੁਸੀਂ ਉੱਥੇ ਜਾ ਕੇ ਜੀ ਇੰਨੇ ਪੈਸੇ ਵੇਸਟ ਕਰਦੇ ਹੋ। ਤੇ ਉਹ ਵਿਚਾਰ ਆ ਜਿਹੜੀ, ਤੇ ਮੈਂ ਚਾਹੁੰਦੀ ਆ ਕਿ ਮੈਂ ਉਹ ਪਿਤਾ ਜੀ ਦੇ ਨਾਲ ਕਰਾਂ ਤੇ ਕਰਾਂ ਵੀ ਕੈਮਰੇ ਦੇ ਸਾਹਮਣੇ। ਤੇ ਮੈਂ ਪਾਪਾ ਨੂੰ ਪੁੱਛਦੀ ਆ, ਪਾਪਾ ਜੀ
ਇਹ ਤੁਸੀਂ ਹੁਣ ਖੁੱਲ ਕੇ ਸੰਗਤ ਨੂੰ ਦੱਸੋ ਕਿ ਸਾਨੂੰ ਉੱਥੇ ਕਿਉਂ ਜਾਂਦੇ ਆ, ਅਸੀਂ ਸਾਨੂੰ ਕਿਉਂ ਜਾਣਾ ਚਾਹੀਦਾ ਵਾ ਤੇ ਸਾਨੂੰ ਲਾਭ ਕੀ ਪ੍ਰਾਪਤ ਹੁੰਦਾ, ਸਾਨੂੰ ਉਹ ਤੋਂ ਪਤਾ ਕੀ ਲੱਗਦਾ। ਵੀ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਆਪਣੇ ਮੈਨੂੰ ਕਹਿੰਦਾ ਗੁਰੂ ਦਾ ਹੁਕਮ ਆ। ਹੁਕਮ ਹੁਕਮ ਹੈ ਕਿ ਵੀ ਜਾਣਾ ਜਿੱਥੇ ਇਤਿਹਾਸਕ ਗੋਡ ਹੈ, ਜੋ ਵੀ ਸਾਡਾ ਇਤਿਹਾਸ ਹੈ। ਇਤਿਹਾਸ ਤੁਸੀਂ ਦੱਸੋ, ਆਪਾਂ ਲਾ ਲਓ ਵੀ ਫਤਿਹਗੜ੍ਹ ਸਾਹਿਬ ਵੀ ਲਾ ਲਈਏ, ਦਰਸ਼ਨ ਕਰ ਲਈਏ। ਜੇ ਆਪਾਂ ਜਾਂ ਬੱਚੇ ਜਾਂ ਆਪਣੇ ਮਾਂ-ਬਾਪ ਉੱਥੇ ਨਾ ਜਾਵਾਂਗੇ, ਆਪਾਂ ਨੂੰ ਉਸ ਇਤਿਹਾਸ ਬਾਰੇ, ਉਹ ਇਤਿਹਾਸ ਨਾਲ ਕਿਵੇਂ ਜੁੜੇ ਰਵਾਂਗੇ ਜਿੱਥੇ ਉਹ ਸਾਰਾ ਕੁਝ ਸਾਕਾ ਵਰਤਿਆ ਆ, ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ। ਉਸ ਧਰਤੀ ਨੂੰ ਤਾਂ ਵਾਰ-ਵਾਰ ਨਮਸਕਾਰ ਕਰਨੀ ਚਾਹੀਦੀ ਆ, ਉਸ ਧੂੜ ਨੂੰ ਆਪਣੇ ਮੱਥੇ ਨਾਲ ਲਾਉਣੀ ਚਾਹੀਦੀ ਆ। ਮੈਨੂੰ ਲਿਖਿਆ ਯਾਦ ਆ ਗਿਆ ਕੋਮਲ ਸਾਹਿਬ ਦਾ ਚਮਕੌਰ ਸਾਹਿਬ, ਹਾਂ, ਜਿੱਥੇ ਉਹ 40 ਸਿੰਘ ਮੌਤ ਹੈ, 40 ਮੁਕਤੇ, ਉਹ ਜਿਹੜੀ ਧਰਤੀ ਆ ਨਾ, ਉਹਨੂੰ ਵਾਰ-ਵਾਰ ਜਿੰਨੀ ਵੀ ਨਹੀਂ ਆਪਾਂ ਨਮਸਕਾਰ ਕਰਾਂਗੇ ਨਾ, ਉਹਨੇ ਆਪਣੇ ਪਾਪ ਕੱਟ ਹੋਣਗੇ। ਕਿਉਂ ਸਾਨੂੰ ਅਸੀਂ ਜਾਵਾਂਗੇ ਤੇ ਸਾਨੂੰ ਪਤਾ ਲੱਗੂ ਸਾਡਾ ਇਤਿਹਾਸ ਕੀ ਹੈ, ਅਸੀਂ ਉੱਥੇ ਜੁੜਾਂਗੇ, ਸ਼ਹੀਦਾਂ ਦਾ ਸਤਿਕਾਰ ਕਰਾਂਗੇ। ਹੁਣ ਮੈਂ ਇੱਕ ਆਮ ਤੌਰ ਤੇ ਛੋਟੀ ਜਿਹੀ ਉਹਦੇ ਵੈਸੇ ਦਾ ਦੱਸਾਂ, ਹਾਂਜੀ, ਕੋਈ ਆਪਣੇ ਕਿਸੇ ਇਲਾਕੇ 'ਚ ਸਿੰਘ ਸ਼ਹੀਦੀ ਪਾ ਜਾਂਦਾ, ਕੌਮ ਲਈ ਪਾ ਜਾਂਦਾ, ਹਾਂ ਕੰਮ ਆਪਣਾ ਫਰਜ਼ ਹੈ ਕਿ ਸਾਰੇ ਜਾਂਦੇ ਵੀ ਹਾਂ ਕੱਟ ਕੇ ਆਪਾਂ ਉੱਥੇ ਜਾਂਦੇ ਆ ਵੀ ਅਸੀਂ ਉੱਥੇ ਚੱਲੀਏ, ਹਾਂਜੀ, ਉੱਥੇ ਹਾਜੀ ਭਰੀਏ, ਉਹ ਸ਼ਹੀਦ ਸਿੰਘ ਹੋਇਆ ਆਖਰੀ ਜਾਂ ਦਰਸ਼ਨ ਕੁਰਬਾਨੀ ਕਰਕੇ। ਕੀ ਦਰਸ਼ਨ ਕਰੀਏ। ਹਾਂ। ਤੇ ਜਿਹੜੇ ਸਾਡੇ ਗੁਰੂ ਸਾਹਿਬਾਨ ਜਾਂ ਸਾਡੇ ਏਡੇ ਵੱਡੇ ਵੱਡੇ ਯੋਧੇ ਸ਼ਹੀਦ ਸਿੰਘ ਹੋਏ ਆ, ਮਤਾਵਾਂ ਹੋਈਆਂ ਆ, ਉਹਨਾਂ ਦੇ ਕਿਉਂ ਨਹੀਂ ਅਸੀਂ ਦਰਸ਼ਨ ਕਰਨ ਜਾਣਾ। ਬਿਲਕੁਲ। ਹੁਣ ਹਰਮੰਦਰ ਸਾਹਿਬ ਜਿੱਥੇ ਸਭੇ ਥਾਂ ਨਹੀਂ ਨਹੀਂ ਤੋਂ ਜੇ ਆ, ਉੱਥੇ ਜਾਵਾਂਗੇ ਆਪਾਂ ਨੂੰ ਪਤਾ ਲੱਗੇ। ਧੰਨ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਨੌਵੇਂ ਪਾਤਸ਼ਾਹ ਜੀ, ਗੁਰੂ ਗੋਬਿੰਦ ਸਾਹਿਬ, ਮੇਰੀ ਪੀ ਦੇ ਮਾਲਕ, ਹੋਰ ਗੁਰੂ ਸਭ, ਹੋਰ ਸੰਤ ਮਹਾਪੁਰਸ਼, ਬਾਬਾ ਬੁੱਢਾ, ਕਿਹੜੇ ਕਿਹੜੇ ਮਹਾਪੁਰਸ਼ਾਂ ਦੀ ਕਿੱਦਾਂ ਚੱਲ ਪਏ ਉਸ ਧਰਤੀ ਤੇ ਬੈਠ ਕੇ, ਜਿਹੜੇ ਭਗਤਾਂ ਦੀ ਬਾਣੀ ਰੱਖੀ ਗਈ ਆ, ਹਾਂ, ਉਹਨੂੰ ਆਪਣਾ ਨਮਸਕਾਰ ਕਰਨਾ ਹਰ ਇੱਕ ਸਿੱਖ ਦਾ, ਹਰ ਇੱਕ ਦਾ ਫਰਜ਼ ਬਣਦਾ। ਜਿੱਦਾਂ ਹਨਾ ਮੈਂ ਮਹਾਂਪੁਰਖਾਂ ਦੀ ਸਰੂਪ ਨੂੰ ਲਾਇਆ ਹਨਾ ਕਮਰੇ ਦੇ ਵਿੱਚ, ਸਤਿਕਾਰਯੋਗ ਬਾਬਾ ਕੁਲਵੰਤ ਸਿੰਘ ਜੀ, ਮੈਂ ਕਹਿੰਨੀ ਆ ਕਿ ਕੀ ਉਸ ਸਾਧਤ ਦੇ ਬਾਰੇ ਬੋਲਾਂ ਕਿ ਮੇਰੇ ਕੋਲ ਸ਼ਬਦ ਹੀ ਨਹੀਂ ਹੈਗੇ, ਜਿੰਨੀ ਤਾਰੀਫ ਕਰਾਂ ਮੈਂ ਉਨੀ। ਅਸੀਂ ਕੌਣ ਹੁੰਦੇ ਉਹਨਾਂ ਦੀ ਤਾਰੀਫ ਕਰਨ ਵਾਲੀ, ਮਹਾਰਾਜ ਨੇ ਉਹਨਾਂ ਨੂੰ ਵਡਿਆਈਆਂ ਬਖਸ਼ਿਸ਼ਾਂ ਖੁਦ ਦਿੱਤੀਆਂ। ਉਹ ਦੇਖੋ ਕਿ ਕਿਹੋ ਜਿਹਾ ਉਹ ਸਾਧ ਵਾ, ਕਿਹੋ ਜਿਹਾ ਮਹਾਰਾਜ ਨੇ ਉਹਨਾਂ ਨੂੰ ਸੇਵਾ ਦਾ ਇੱਕ ਮਤਲਬ ਕਿ ਮੌਕਾ ਦਿੱਤਾ ਵਾ। ਮਹਾਰਾਜ ਨੇ ਇੰਨਾ ਕਿ ਉਹਨਾਂ ਨੂੰ ਵਡਿਆਇਆ ਹੋਇਆ। 24 ਘੰਟੇ ਜਿਹੜੇ ਮਹਾਰਾਜ ਦੇ ਘਰ ਰਹਿੰਦੇ ਆ, ਹਜੂਰ ਸਾਹਿਬ ਦੀ ਧਰਤੀ ਤੇ ਲੰਮਾ ਸਮਾਂ ਜਿੱਥੇ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਰਹੇ ਆ, ਮਹਾਰਾਜ ਦੀ ਹਰ ਸਮੇਂ ਜਿੱਥੇ ਮੇਰਾ ਪਾਤਸ਼ਾਹ ਹਾਜ਼ਰ ਨਾਜ਼ਰ ਰਹਿੰਦਾ ਹੈ ਨਾ, ਉੱਥੇ ਸੇਵਾ ਕਰਦੇ ਆ। ਤੇ ਕਿਸੇ ਨੇ ਕਿਹਾ ਕਿ ਇਹਨਾਂ ਦੀ ਤੁਸੀਂ ਫੋਟੋ ਨੂੰ ਕਿਉਂ ਲਾਇਆ, ਇਹਨਾਂ ਦੇ ਗਲ ਦੇ ਵਿੱਚ ਫੁੱਲਾਂ ਦੇ ਹਾਰ ਕਿਉਂ ਆ। ਵੇਖੋ, ਇਹ ਸੰਗਤ ਜਿਹੜੀ ਮਹਾਂਪੁਰਖਾਂ ਨੂੰ, ਸੰਤ ਜਨਾਂ ਨੂੰ, ਇਹਨਾਂ ਰੱਬ ਦੇ ਪਿਆਰਿਆਂ ਦਾ ਸਤਿਕਾਰ ਕਰਦੀ ਆ, ਸਿਰਫ ਤੋਂ ਸਿਰਫ ਕਿਹਦੇ ਕਰਕੇ ਕਰਦੀ ਹੈ? ਗੁਰੂ ਸਾਹਿਬ ਕਰਕੇ। ਕਿਉਂਕਿ ਸਾਧੂਆਂ ਸੰਤਾਂ ਮਹਾਂਪੁਰਸ਼ਾਂ ਨੂੰ ਵਿਚੋਲੇ ਕਿਹਾ ਗਿਆ ਵਾ। ਇਹ ਸਾਰੀਆਂ ਗੱਲਾਂ ਜੋ ਆ ਇਹ ਮੇਰੇ ਮਾਤਾ ਪਿਤਾ ਨੇ ਸਿਖਾਈਆਂ। ਮੈਨੂੰ ਬੜਿਆਂ ਨੇ ਕਿਹਾ ਸੀ ਜੀ ਤੁਸੀਂ ਸ਼ਰਧਾ ਰੱਖਦੇ ਹੋ ਨਿੱਕੀ ਨਿੱਕੀ ਚੀਜ਼ ਤੇ ਜਾਂ ਕਿਵੇਂ ਵੀ। ਵੇਖੋ, ਜਿਹੜੀ ਜਿਸ ਘਰ ਦੀ ਮਰਿਆਦਾ ਚੱਲੀ ਆਉਂਦੀ ਹੈ ਜਾਂ ਕਿਹੜਾ ਵੀ ਆਪਣਾ ਗੁਰੂ ਅਸਥਾਨ ਆ, ਜੇ ਅਸੀਂ ਪਿਆਰ ਦੇ ਵਿੱਚ ਭੇਜ ਕੇ ਉਸ ਘਰ ਨੂੰ ਵੇਖੀਏ, ਮਹਾਰਾਜ ਦੇ ਨਾਲ ਵੇਖੀਏ, ਤਾਂ ਫਿਰ ਉਸ ਤੋਂ ਉੱਪਰ ਤੇ ਗੱਲ ਕੋਈ ਕਰਨ ਨੂੰ ਸੋਚਦੀ ਨਹੀਂ। ਜੇ ਨਿੱਕੀ ਨਿੱਕੀ ਗੱਲ ਤੇ ਸ਼ੰਕਾ ਕਰੀ ਜਾਵਾਂਗੇ, ਫਿਰ ਸਾਡਾ ਉਸ ਗੁਰੂ ਦੇ ਨਾਲ ਪਿਆਰ ਕਿਸ ਤਰ੍ਹਾਂ ਪੈ ਜਾਊ? ਹਜੂਰ ਸਾਹਿਬ ਦੀ ਆਪਾਂ ਗੱਲ ਕਰਦੇ। ਹਜੂਰ ਸਾਹਿਬ 10ਵੇਂ ਪਾਤਸ਼ਾਹ ਨੇ ਗੁਰੂ ਸਾਹਿਬ ਨੂੰ, ਗੁਰੂ ਗ੍ਰੰਥ ਨੂੰ ਗੁਰਤਾ ਗੱਦੀ ਦਿੱਤੀ ਵੀ ਸਾਰੇ ਸਿੱਖਾਂ ਨੇ ਇੱਕ ਬਗੈਰ ਕਿਸੇ ਹੋਰ ਨੂੰ ਮੰਨਣੇ, ਇਹਨੂੰ ਨਮਸਕਾਰ ਕਰਨਾ। ਹੁਣ ਤੁਸੀਂ ਦੱਸੋ ਵੀ ਉਹ ਗੁਰੂ ਸਾਹਿਬ ਦੀ ਐਡੀ ਕਿਰਪਾ ਗੁਰੂ ਸਾਹਿਬ ਨੇ ਕੀਤੀ, ਸਿੱਖਾਂ ਨੂੰ ਕਿੰਨੀ ਵੱਡੀ ਬਖਸ਼ਿਸ਼ ਦੇ ਗਏ। ਉਹ ਜਿਸ ਸਥਾਨ ਤੇ ਉਸ ਟਾਈਮ ਇੱਕ ਪੰਡਾਲ ਸਜਿਆ ਹੋਊਗਾ, ਸੰਗਤਾਂ ਹੋਣਗੀਆਂ, ਤੇ ਗੁਰੂ ਸਾਹਿਬ ਨੇ ਪਰਿਕਰਮਾ ਕਰਕੇ, ਨਮਸਕਾਰ ਕਰਕੇ ਆਪਣੇ ਸਿੱਖਾਂ ਨੂੰ, ਸਾਰੀ ਸੰਗਤ ਨੂੰ ਸੇਧ ਦਿੱਤੀ ਸੀ। ਤੇ ਉੱਥੇ ਨਮਸਕਾਰ ਕਰਨ ਜਦੋਂ ਜਾਵਾਂਗੇ, ਜਦੋਂ ਸਵੇਰ ਨੂੰ ਗਾਗਰ ਲੈ ਕੇ ਨਹੀਂ ਚੱਲਦਾ, ਉਹ ਸੀਨ ਦੇ ਆਪਾਂ ਦਰਸ਼ਨ ਕਰਾਂਗੇ, ਉਹ ਆਪਣੇ ਮਨ ਨੂੰ ਅੰਦਰੋਂ ਠੰਡ ਪਾਉਂਦੀ। ਅਸੀਂ ਉੱਥੇ ਸਥਾਨ ਤੇ ਜਾਣਾ ਸਾਡਾ ਫਰਜ਼ ਬਣਦਾ। ਗਾਗਰ ਦੇ ਵਿੱਚ ਸਿੰਘ ਜਲ ਲੈਣ ਜਾਂਦਾ ਨੰਗੇ ਪੈਰੀ ਤੁਰ, ਤੇ ਕਿੰਨੇ ਪ੍ਰੇਮ ਦੇ ਨਾਲ ਸੰਗਤ ਕਿੰਨੀ ਗਿਣਤੀ ਦੇ ਵਿੱਚ ਹੁੰਦੀ। ਆਪਾਂ ਵੇਖ ਲਈ ਇੱਥੇ ਆਪਣੇ ਪੰਜਾਬ 'ਚ ਆਪਾਂ ਵੱਡੇ ਵੱਡੇ ਸਮਾਗਮ ਕਰਾਉਂਦੇ, ਉਨੀ ਸੰਗਤ ਤਾਂ ਮਹਾਰਾਜ ਦੇ ਵਾਸਤੇ ਜਦੋਂ ਗਾਗਰੀ ਸਿੰਘ ਜਲ ਲੈਣ ਵਾਸਤੇ ਜਾਂਦਾ, ਉਹ ਕਿਹਦੇ ਕਰਕੇ? ਪ੍ਰੇਮ ਕਰਕੇ। ਕਿ ਸਾਨੂੰ ਪਤਾ ਵਾ ਕਿ ਉਹ ਗਾਗਰ ਦਾ ਜਿਹੜਾ ਜਲ ਜਾਂਦਾ, ਕੌਣ ਇਸ਼ਨਾਨ ਕਰਦਾ? ਮੇਰਾ ਪਾਤਸ਼ਾਹ ਇਸ਼ਨਾਨ ਕਰਦਾ। ਸੰਗਤ ਪ੍ਰੇਮ ਦੇ ਵਿੱਚ ਆ ਕਿ ਉਹ ਸਿੰਘ ਮਹਾਰਾਜ ਦੇ ਲਈ ਇਸ਼ਨਾਨ ਦੇ ਲਈ ਗਾਗਰ ਦੇ ਵਿੱਚ ਸਤਿਕਾਰ ਦੇ ਨਾਲ ਜਲ ਭਰ ਕੇ ਲੈ ਕੇ ਜਾਂਦੇ ਆ।
ਮਹਾਰਾਜ ਦੇ ਸ਼ਸਤਰ ਨੇ। ਇੰਨੀ ਸੰਗਤ ਬੈਠ ਕੇ ਕਿਉਂ ਸ਼ਸਤਰਾਂ ਦੇ ਦਰਸ਼ਨ ਕਰਦੀ? ਕਿਉਂਕਿ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ਸਤਰ ਨੇ, ਬਾਬਾ ਦੀਪ ਸਿੰਘ ਸਾਹਿਬ ਦੇ ਸ਼ਸਤਰ ਨੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਭ ਤੋਂ ਦੁਨੀਆ ਦਾ ਉਹ ਚੰਗਾ ਰਾਜ ਹੋਇਆ, ਜਿਹਦੇ ਰਾਜ ਦੇ ਵਿੱਚ ਕੁੱਤੇ ਦੇ ਗਲ 'ਚ ਜੇ ਸੋਨੇ ਦਾ ਕੈਂਠਾ ਪਾ ਦਿੱਤਾ ਜਾਂਦਾ ਸੀ, ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਕੁੱਤੇ ਦੇ ਗਲ 'ਚੋਂ ਸੋਨੇ ਦਾ ਕੈਂਠਾ ਲਾ ਲਵੇ। ਉਸ ਸ਼ੇਰੇ ਪੰਜਾਬ ਦੇ ਅਸੀਂ ਜਿਹੜੇ ਸ਼ਸਤਰ ਆ ਉਹਦੇ ਦਰਸ਼ਨ ਕਰਦੇ ਆ। ਹੋਰ ਉੱਥੇ ਵੇਖੋ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਜਿੱਥੇ ਦੋਨਾਂ ਭਾਈਆਂ ਨੇ ਸਰੀਰ ਛੱਡਿਆ ਉੱਥੇ ਇਸ਼ਨਾਨ ਕਰਦੇ ਆ। ਮਾਈ ਭਾਗੋ ਦੀਆਂ ਬੰਦੂਕਾਂ ਪਈਆਂ ਉੱਥੇ। ਹੁਣ ਗੌਰ ਕਰਿਓ, ਜਿੰਨੀਆਂ ਮੇਰੀਆਂ ਭੈਣਾਂ ਵਾ, ਮਾਈ ਭਾਗੋ ਅਸੀਂ ਕਹਿੰਦੇ ਆ ਕਿ ਜੀ ਅਸੀਂ ਉਹਦੀਆਂ ਵਾਰਸਾਂ ਵਾਂ, ਪਰ ਸਾਡੇ 'ਚ ਮੈਨੂੰ ਨਹੀਂ ਲੱਗਦਾ ਕਿ ਇੱਕ ਵੀ ਚੀਜ਼ ਮਾਈ ਭਾਗੋ ਵਾਲੀ ਅਸੀਂ ਆਪਣੇ ਜੀਵਨ ਦੇ ਵਿੱਚ ਉਹਨੂੰ ਦ੍ਰਿੜ ਕੀਤਾ ਹੋਵੇ, ਉਹਨੂੰ ਧਾਰਨੇ ਦੇ ਵਿੱਚ ਲਿਆਂਦੀ ਹੋਵੇ। ਨਹੀਂ, ਅਸੀਂ ਬਣਨਾ ਹੋ ਜਿਹਾ ਕਿੱਦਾਂ? ਜੇ ਸਾਨੂੰ ਪੜਾਂਗੇ, ਜੇ ਸਾਨੂੰ ਪਤਾ ਹੋਊਗਾ ਕਿ ਮਾਈ ਭਾਗੋ ਇੱਕ ਸਿੰਘਣੀ ਹੋ ਕੇ ਐਡੀ ਵੱਡੀ ਬੰਦੂਕ ਮੈਨੂੰ ਨਹੀਂ ਲੱਗਦਾ ਆਪਾਂ ਚੱਕ ਸਕਾਂਗੇ, ਤੇ ਉਹ ਬੰਦੂਕ ਲੈ ਕੇ ਉਹ ਮੈਦਾਨੇ ਜੰਗ ਦੇ ਵਿੱਚ ਲੜੀ। ਮਾਈ ਭਾਗੋ ਜਿਹਨੇ 40 ਸਿੰਘਾਂ ਨੂੰ ਮਹਾਰਾਜ ਦੇ ਕੋਲ ਭੁੱਲ ਬਖਸ਼ਾਈ, ਕਿੰਨੀ ਵੱਡੀ ਮਹਾਰਾਜ ਨੇ ਉਹਦੇ ਕੋਲ ਸੇਵਾ ਲਈ। ਜੰਗ ਲੜਨ ਲਈ ਸੋਚ ਕੇ ਨਹੀਂ ਸੀ ਗਏ, ਆਪਣੀਆਂ ਭੁੱਲਾਂ ਬਖਸ਼ਾਉਣ ਲਈ ਗੁਰੂ ਗੋਬਿੰਦ ਸਿੰਘ ਦੀ ਭਾਲ ਕਰ ਰਹੇ ਸੀ। ਤੇ ਉਹ ਮਾਂ ਆਪਣੇ ਮਨ ਦੇ ਅੰਦਰ ਲੈ ਕੇ ਗਈ ਸੀ ਪੁੱਤਰ ਦੀ ਲਾਲਸਾ, ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ, ਉਹਨੂੰ ਪੁੱਤਰ ਦੀ ਲਾਲਸਾ ਦੇ ਲਈ ਕੋਈ ਮਨ ਦੇ ਵਿੱਚ ਰਹਿ ਹੀ ਨਹੀਂ ਗਿਆ ਖਿਆਲ। ਬਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਢਹਿ ਪਈ, ਮਹਾਰਾਜ ਦੀ ਹੋ ਗਈ। ਲੰਮਾ ਸਮਾਂ ਮਹਾਰਾਜ ਦੇ ਨਾਲ ਰਹੀ, ਦਰਸ਼ਨ ਕੀਤੇ। ਉਹ ਮਾਈ ਨੇ ਸਿਮਰਨ ਹੀ ਇੰਨਾ ਕੀਤਾ, ਉਹਦਾ ਅਭਿਆਸ ਹੀ ਇੰਨਾ ਬਣ ਚੁੱਕਾ ਸੀ, ਉਹਨੂੰ ਨਹੀਂ ਸੀ ਪਤਾ ਕਿ ਖਾਣ ਦਾ ਵੇਲਾ ਹੋ ਗਿਆ ਜਾਂ ਕਿਹੜੇ ਸਮੇਂ ਦਾ ਵੇਲਾ ਹੋ ਗਿਆ। ਬਸ ਸੁਰਤੀ ਜਿਹੜੀ ਸੀ ਉਹਦੀ ਪਰਮੇਸ਼ਰ ਦੇ ਨਾਲ ਜੁੜੀ ਹੋਈ ਸੀ। ਪਰ ਆ ਗੰਦੀ ਵਰਤੀ ਵਾਲੇ ਲੋਕ, ਕੂੜ ਪ੍ਰਚਾਰ ਕਰਨ ਵਾਲੇ, ਜਿਨ੍ਹਾਂ ਦੀ ਭਰਿਆ ਹੀ ਜਿਨ੍ਹਾਂ 'ਚ ਸਾਰਾ ਕੁਝ ਆ, ਬੋਲਣ ਨੂੰ ਉਹਨਾਂ ਨੇ ਮਾਤਾ ਜੀ ਦੇ ਜੀਵਨ ਤੇ ਬਹੁਤ ਕਿੰਤੂ ਕੀਤਾ। ਪਰ ਮੈਂ ਇਹ ਸੱਚ ਕਹਿਨੀ ਆ, ਨਾ ਉਹਨਾਂ ਨੂੰ ਇੱਥੇ ਢੋਈ ਤੇ ਨਾ ਉਹਨਾਂ ਨੂੰ ਉੱਪਰ ਢੋਈ। ਵੈਸੇ ਆਪਾਂ ਜੇ ਵਿਚਾਰ ਕਰਦੇ ਸੀਗੇ ਵੀ ਇਹ ਜਿਹੜੇ ਲੋਕੀ ਸ਼ੁਰੂ ਤੋਂ ਨਾਸਤਿਕ ਬੰਦੇ ਤੁਰੇ ਆਏ ਆ ਤੇ ਇਹਨਾਂ ਨੂੰ ਮੂਰੀਆਂ ਖਾਣੀਆਂ ਵੀ, ਇਹਨਾਂ ਦਾ ਮੂੰਹ ਕਾਲਾ ਵੀ ਹੋਇਆ। ਪਰ ਮੈਂ ਇਹੀ ਸੰਗਤ ਨੂੰ ਬੇਨਤੀ ਕਰੂੰਗਾ ਵੀ ਭਾਈ ਜਿੱਦਾਂ ਜਿਹੜੇ ਸ਼ਰਧਾ ਵਾਲੇ ਪ੍ਰਚਾਰਕ, ਭਾਈ ਪਿੰਦਰ ਸਿੰਘ, ਪਿੰਦਰਪਾਲ ਸਿੰਘ ਹੋਣੀ, ਦੇਖੋ ਕਿੰਨੀ ਵਧੀਆ ਕਥਾ, ਤੇ ਸ਼ਰਧਾ ਵਾਲੇ ਭਾਈ ਕੁਲਵੰਤ ਸਿੰਘ, ਭਾਈ ਸਰਬਜੀਤ ਸਿੰਘ, ਟਕਸਾਲ ਦੇ ਸਿੰਘ, ਉਹ ਭਾਈ ਸ਼ੇਰ ਸਿੰਘ ਜੀ, ਹੋਰ ਕਿੰਨੇ ਸਾਰੇ ਹੋਰ ਸੰਤ ਮਹਾਪੁਰਸ਼, ਮੈਨੂੰ ਸਾਰੇ ਦੇ ਨਾਂ ਹੀ ਨਹੀਂ ਯਾਦ। ਟਕਸਾਲ ਦੇ ਵਿੱਚੋਂ, ਖੰਡ ਕੀਰਤੀਆਂ ਵਿੱਚੋਂ, ਹੋਰ ਜਥੇਬੰਦੀਆਂ ਵਿੱਚੋਂ, ਸਾਰਿਆਂ ਦੇ ਵਿੱਚ ਲਾ ਲਓ ਜਿਹੜੇ ਪ੍ਰੇਮ ਵਾਲੇ ਆ, ਉਹਨਾਂ ਨੂੰ ਸੁਣੋ। ਇਹੋ ਜਿਹੇ ਨਾਸਤਿਕ ਬੰਦਿਆਂ ਲਈ ਖਿਆਲ ਹੀ ਨਾ ਦਿਓ, ਇਹਨਾਂ ਦਾ ਇੱਕ ਤਾਂ ਇੱਕ ਦਿਨ ਆਪੇ ਮੂੰਹ ਕਾਲਾ ਹੋ ਜਾਣਾ। ਤੇ ਪ੍ਰੋਫੈਸਰ ਦਰਸ਼ਨ ਸਿੰਘ ਜਿਹੜਾ ਲੱਗਾ ਸੀ ਇੱਕ ਵਾਰੀ, ਉਹ ਦਸਮ ਗ੍ਰੰਥ ਤੇ ਬਹੁਤ ਖਿਲਾਫ ਬੋਲਦਾ ਸੀ। ਅੱਜ ਕੌਣ ਜਾਣਦਾ? ਕੋਈ ਵੀ ਨਹੀਂ ਜਾਣਦਾ। ਜਿਹਨਾਂ ਨੇ ਗੁਰੂ ਦੀ ਨਿੰਦਿਆ ਕੀਤੀ ਨਾ, ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਪੈਂਦੀ ਆ, ਤਾਂ ਉਹਨਾਂ ਨੂੰ ਇੱਕ ਤਾਂ ਇੱਕ ਦਿਨ ਮੂੰਹ ਦੀ ਖਾ ਕੇ ਬਹਿਣਾ ਹੀ ਪੈਣਾ। ਪਰ ਕੇਵਲ ਤੇ ਕੇਵਲ ਜਿਹੜੇ ਸ਼ਰਧਾ ਦੇ ਜਿਹੜੇ ਮੇਰੇ ਨਾਲ ਵੀ ਇੱਕ ਸੰਗਤ ਜੁੜੀ ਆ, ਕਈ ਵਾਰ ਨਹੀਂ ਪਤਾ ਹੁੰਦਾ, ਅਣਜਾਣ ਹੁੰਨੇ ਆ ਅਸੀਂ, ਇਹੋ ਜਿਹੇ ਲੋਕਾਂ ਨੂੰ ਸੁਣ ਬੈਂਦੇ ਆ। ਸਾਡੇ ਮਨ ਚ ਅੰਦਰ ਕਿਤੇ ਨਾ ਕਿਤੇ ਇਹ ਚੀਜ਼ ਪੈ ਜਾਂਦੀ ਜੀ, ਨਹੀਂ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੋ ਹੀ ਨਹੀਂ ਸਕਦੇ, ਮਹਾਰਾਜ ਅਸ਼ਲੀਲ ਨਹੀਂ ਲਿਖ ਸਕਦੇ ਸੀ। ਉਹ ਮੂਰਖ ਲੋਕੋ, ਅਸੀਂ ਕਿੰਨੀ ਗੰਦੀ ਸੋਚ ਲੈ ਕੇ ਬੈਠ ਗਏ ਆ। ਹੁਣ ਵੇਖੋ, ਮੇਰਾ ਤੇ ਮੇਰੇ ਪਾਪਾ ਦਾ ਪਿਓ ਧੀ ਦਾ ਰਿਸ਼ਤਾ ਵਾ, ਤੇ ਮੈਂ ਮਾਂ ਤੇ ਧੀ ਦਾ ਰਿਸ਼ਤਾ ਜਿਹੜਾ ਹੁੰਦਾ, ਹੁਣ ਚੰਗਾ ਮਾੜਾ ਧੀ ਨੂੰ ਕੌਣ ਸਮਝਾਉਂਦਾ? ਕਿਹਨੂੰ ਪਤਾ ਹੁੰਦਾ? ਜੇ ਉਮਰ 15-16 ਸਾਲ ਦੀ ਉਮਰ ਦੇ ਵਿੱਚ ਮਾਂ ਧੀ ਨੂੰ ਸਹੀ ਤੇ ਗਲਤ ਸਮਝਾਉਣਾ ਸ਼ੁਰੂ ਕਰ ਦਿੰਦੀ ਆ, ਕੀ ਸਹੀ ਆ, ਕਿੱਦਾਂ ਧੀਏ ਤੂੰ ਵਿਚਰਨਾ, ਅੱਗੇ ਕਿਵੇਂ ਜੋ ਕੁਝ ਵੀ ਹੁੰਦਾ, ਉਹਦੀ ਮੈਰਿਜ ਲਾਈਫ ਹੋਣੀ ਆ, ਉਹਦੇ ਲਈ ਸਮਝਾਉਣਾ। ਤੁਸੀਂ ਸਾਰੇ ਸਿਆਣੇ ਹੋ, ਇਸ ਗੱਲ ਨੂੰ ਸਮਝੋਗੇ। ਇਹ ਮੈਂ ਤਾਂ ਡਿਟੇਲ 'ਚ ਦੱਸ ਰਹੀ ਆ। ਉਹ ਕੌਣ ਸਮਝਾਉਂਦਾ ਕੁੜੀ ਨੂੰ? ਉਹਦੀ ਮਾਂ ਦੀ ਜ਼ਿੰਮੇਵਾਰੀ ਹੈ ਨਾ। ਜੇ ਆਪਾਂ ਪਰਿਵਾਰਕ ਤੌਰ ਤੇ ਵੇਖਣਾ ਹੋਵੇ, ਵੈਸੇ ਧੀ ਤੇ ਪੁੱਤ 'ਚ ਕੋਈ ਫਰਕ ਨਹੀਂ, ਪਰ ਇੱਕ ਪਰਿਵਾਰਾਂ ਦੀ ਮਰਿਆਦਾ ਹੁੰਦੀ ਆ, ਜੋ ਸ਼ੁਰੂ ਤੋਂ ਸਾਡੇ ਚੱਲਿਆ। ਸਾਡੇ ਵੱਡੇ ਜਿਵੇਂ ਕਰਦੇ ਸੀ, ਵੱਡਿਆਂ ਦਾ ਕੰਮ ਹੁੰਦਾ ਸਮਝਾਉਣਾ। ਹੁਣ ਪਿਓ ਤੇ ਪੁੱਤ ਦੀ ਕਹਿੰਦੇ ਯਾਰੀ ਬੜੀ ਗੂੜੀ ਹੁੰਦੀ ਆ। ਹੁਣ ਪੁੱਤ ਆ, ਤੁਸੀਂ ਉਹਨੂੰ ਦੱਸੋਗੇ ਤੇਰਾ ਕੀ ਚੰਗਾ ਤੇ ਕੀ ਮਾੜਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਧੀਆਂ ਪੁੱਤਰਾਂ ਨੂੰ ਸਮਝਾਇਆ, ਜੋ ਕੁਝ ਉਹ ਕਰਮਕਾਂਡ ਦੇਵੀ ਦੇਵਤੇ ਕਰਦੇ ਰਹੇ ਆ, ਮੇਰੇ ਖਾਲਸੇ ਨੇ ਉਹ ਕਰਮਕਾਂਡ ਨਹੀਂ ਉਹਨਾਂ ਦੇ ਵਿੱਚ ਪੈਣਾ। ਤੇ ਫਿਰ ਤੁਸੀਂ ਪੜ੍ਹ ਕੇ ਵੇਖਿਆ ਉਹਨੂੰ ਕਿ ਮਹਾਰਾਜ ਕੀ ਸਮਝਾਉਂਦੇ ਆ? ਉਹ ਤੇ ਅਸੀਂ ਪੜ੍ਹਿਆ ਹੀ ਨਹੀਂ, ਤੇ ਗੱਲਾਂ ਅਸੀਂ ਕਰਨ ਲੱਗ ਜਾਂਦੇ, ਕਿੰਤੂ ਜੀ ਫਲਾਣਾ ਏਦਾਂ ਫਲਾਣਾ। ਮਸਲਾ ਇਸ ਗੱਲ ਦਾ ਕਿ ਗੁਰੂ ਵੱਲ ਨੂੰ ਸਿੱਧਾ ਮੂੰਹ ਕਰਕੇ ਤੁਰੇ ਚੱਲੋ, ਆਸੇ ਪਾਸੇ ਝਾਕੋ ਹੀ ਨਾ, ਬਸ ਗੁਰੂ ਵੱਲ। ਉਹੀ ਤੇ ਗੱਲ ਆ, ਜੋ ਜੇ ਜੀ ਇਤਿਹਾਸ ਹੈਗਾ, 7 ਬਚਨ ਜੀ ਹੈ ਸਾਡਾ ਇਤਿਹਾਸ। ਅਸੀਂ ਗੁਰੂ ਵੱਲ ਨੂੰ ਮੂੰਹ ਕਰਕੇ ਤੁਰਨਾ। ਮਹਾਰਾਜ ਕਹਿੰਦੇ ਨੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਤੋਂ ਉੱਪਰ ਤੇ ਕਿਹੜੀ ਚੀਜ਼ ਆ? ਪ੍ਰੇਮ ਆ, ਸ਼ਰਧਾ ਆ, ਭਾਵਨਾਵਾਂ, ਤਾਂ ਉਹੀ ਸਿੱਖ ਕਹਾਉਣ ਦੇ ਲਾਇਕ ਆ, ਨਹੀਂ ਤਾਂ ਨਹੀਂ। ਤੇ ਅੱਜ ਦੀਆਂ ਗੱਲਾਂ ਜਿਹੜੀਆਂ ਵਿਚਾਰਾਂ ਸੀ, ਇੱਥੇ ਆਪਾਂ ਸਮਾਪਤ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਤੁਹਾਨੂੰ ਕੁਝ ਨਾ ਕੁਝ, ਭਾਵੇਂ ਅੱਧਾ ਇੱਕ ਪੁਆਇੰਟ ਦਾ ਵੀ ਕੁਝ ਮਿਲਿਆ ਹੋਊ, ਤਾਂ ਸਾਡੇ ਵੱਡੇ ਭਾਗ।
ਅਰਦਾਸ ਕਰਿਓ ਕਿ ਸਾਨੂੰ ਵੀ ਮਹਾਰਾਜ ਸਮਤ ਬਖਸ਼ੇ, ਸਾਨੂੰ ਵੀ ਇਤਿਹਾਸ ਪੜ੍ਹ ਕੇ ਨੌਲੇਜ ਮਿਲੇ ਤੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।